ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿੱਖ ਫਲਸਫੇ ਦੀ ਗੱਲ, ਸਿੱਖ ਸਾਹਿਤਕਾਰਾਂ ਦੀ ਗੱਲ, ਸਿੱਖ ਸਾਹਿਤ ਦੀ ਗੱਲ, ਗੁਰਮਤ ਦ੍ਰਿਸ਼ਟੀਕੋਣ ਦੀ ਗੱਲ ਗੁਰਬਾਣੀ ਦੇ ਅਨੁਸਾਰ ਅਤੇ ਨਾਲ ਨਾਲ ਹੀ ਪੰਜਾਬੀ ਸਾਹਿਤ ਦੀ ਗੱਲ, ਪੰਜਾਬੀ ਸਾਹਿਤਕਾਰਾਂ ਦੀ ਗੱਲ ਗੁਰਮਤ ਦ੍ਰਿਸ਼ਟੀਕੋਣ ਤੋਂ ਕਰਦੇ ਹਾਂ। ਔਰ ਲਗਾਤਾਰ ਚੱਲਦੇ ਇਸ ਪ੍ਰੋਗਰਾਮ ਦੇ ਵਿੱਚ ਬੇਸ਼ੱਕ 28ਵਾਂ ਐਪੀਸੋਡ ਹੈ, ਪਰ ਡਾਕਟਰ ਸਾਹਿਬ ਦੇ ਨਾਲ ਆਪਾਂ ਪਿਛਲੇ 13ਵੇਂ ਐਪੀਸੋਡ ਤੋਂ ਹੈ। 13ਵਾਂ ਐਪੀਸੋਡ ਆਪਣੇ ਡਾਕਟਰ ਸਾਹਿਬ ਦੇ ਨਾਲ ਹੈ। ਉਹਨਾਂ ਦੀ ਕਿਤਾਬ ਇਸ ਮਨ ਕੋ ਕੋਈ ਖੋਜੋ ਪਾਏ, ਲੜੀਵਾਰ ਗੱਲ ਕਰਦੇ ਹਾਂ, ਜਿੱਥੇ ਆਪਾਂ ਬਹੁਤ ਸਾਰੇ ਸਵਾਲ ਸਾਂਝੇ ਕੀਤੇ। ਮਨ ਦਾ ਸੁਭਾਅ ਕੀ ਹੈ, ਮਨ ਕੀ ਹੈ, ਮਨ ਨੂੰ ਵਸ ਕਿਵੇਂ ਕੀਤਾ ਜਾ ਸਕਦਾ ਹੈ, ਮਨ ਤੇ ਦਿਮਾਗ 'ਚ ਕੀ ਫਰਕ ਹੈ, ਮਨ ਤੇ ਬੁੱਧ 'ਚ ਕੀ ਫਰਕ ਹੈ, ਮਨ ਦਿਮਾਗ ਨੂੰ ਕਿਵੇਂ ਸੇਧ ਦਿੰਦਾ ਹੈ, ਮਨ ਤੇ ਆਤਮਾ 'ਚ ਕੀ ਫਰਕ ਹੈ, ਸੁਚੇਤ ਅਚੇਤ ਅਵਚੇਤ ਮਨ ਕੀ ਹੈ, ਔਰ ਅਰਦਾਸਾਂ ਦੀ ਪੂਰਤੀ ਦੇ ਲਈ, ਅਰੋਗਤਾ ਦੇ ਲਈ ਮਨ ਨੂੰ ਕਿਵੇਂ ਕਰਕੇ ਸੇਧ ਦਿੱਤੀ ਜਾ ਸਕਦੀ ਹੈ, ਮਨ ਨੂੰ ਕਿਵੇਂ ਵਰਤਣਾ ਹੈ। ਇਹ ਸਾਰੀਆਂ ਗੱਲਾਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕੀਤੀਆਂ ਨੇ। ਔਰ ਅੱਜ ਗੱਲ ਗਾਂਹ ਤੁਰਨ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਨੂੰ ਮੈਂ ਜੀ ਆਇਆਂ ਆਖਦਾ, ਫਤਿਹ ਸਾਂਝੀ ਕਰਦਾ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਡਾਕਟਰ ਸਾਹਿਬ ਖਾਸ ਤੌਰ ਤੇ ਆਪਾਂ ਮਨ ਨੂੰ ਵੱਖ ਵੱਖਰੇ ਸ਼ਬਦਾਂ 'ਚ ਸ਼ਾਇਦ ਬੋਲ ਦਿੱਤਾ ਜਾਂਦਾ, ਜਾਂ ਨੇੜੇ ਨੇੜੇ ਦੀ ਸ਼ਬਦ ਆ, ਮਨੁੱਖਾਂ ਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਮਨ ਆ, ਦਿਲ ਆ, ਹਿਰਦਾ ਆ, ਅੰਤੇ ਕਰਨਿਆ, ਇਹ ਵੱਖਰੇ ਵੱਖਰੇ ਸ਼ਬਦ ਬੋਲੇ ਜਾਂਦੇ ਆ। ਮਨ ਤੇ ਅੰਤੇ ਕਰਨ 'ਚ ਕੀ ਫਰਕ ਆ? ਇਹਨਾਂ ਸ਼ਬਦਾਂ ਦੇ ਵਿੱਚ ਜੇ ਕੋਈ ਫਰਕ ਹੈਗਾ ਤੇ ਕੀ ਫਰਕ ਹੈ, ਜਾਂ ਇੱਕੋ ਹੀ ਧਾਰਨਾ ਦੇ ਹੀ ਸ਼ਬਦ ਆ? ਔਰ ਗੁਰਬਾਣੀ ਨੇ ਮਨ ਨੂੰ ਕਿਹੜੇ ਕਿਹੜੇ ਨਾਂ ਦੇ ਨਾਲ ਪੁਕਾਰਿਆ ਆ? ਮਨੁੱਖ ਦਾ ਮਨ ਉਸ ਦੀ ਸੁਰਤ ਨੂੰ, ਮਤ ਨੂੰ, ਬੁੱਧ ਨੂੰ ਕਿਵੇਂ ਪ੍ਰਭਾਵਿਤ ਕਰਦਾ? ਇਹ ਛੋਟੇ ਛੋਟੇ ਸਵਾਲ ਆ ਜੀ ਜੀ, ਪਰ ਮੈਨੂੰ ਪਤਾ ਤੇ ਬੜੀ ਵੱਡੀ ਗੱਲ। ਚਲੋ ਆਪਾਂ ਕੱਲੇ ਕੱਲੇ ਇਹਨਾਂ ਨੂੰ ਨਿਖੇੜਨੇ। ਪਹਿਲੀ ਗੱਲ ਤੁਸੀਂ ਇਹ ਜ਼ਿਕਰ ਕੀਤਾ ਕਿ ਮਨ ਤੇ ਅੰਤੇ ਕਰਨ ਦੀ ਆਪਾਂ ਗੱਲ ਕਰਦੇ ਹਾਂ ਵੀ ਇਹ ਕੀ ਹੈ। ਹੁਣ ਮਨ ਜਿਹੜਾ ਗੁਰਬਾਣੀ ਦੇ ਵਿੱਚ ਬਹੁਤ ਤਰ੍ਹਾਂ ਇਹਦੇ ਸ਼ਬਦ ਲਾਏ ਗਏ, ਉਹ ਅਗਲੇ ਇਸ ਤੋਂ ਬਾਅਦ ਮੈਂ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ ਜੀ। ਤੇ ਇਹ ਪਹਿਲਾਂ ਆਪਾਂ ਕਹਿ ਚੁੱਕੇ ਹਾਂ ਕਿ ਸੂਖਮ ਹਿੱਸਾ ਆ ਤੇ ਦਿਮਾਗ ਦੀਆਂ ਸ਼ਕਤੀਆਂ ਜਿਹੜੀਆਂ ਉਹਦਾ ਪ੍ਰਗਟਾਇਆ ਹੈ ਜੀ। ਜਿੰਨੀਆਂ ਵੀ ਦਿਮਾਗ ਦੀਆਂ ਉੱਥੇ ਹੁੰਦੀਆਂ ਨੇ ਕਿਰਿਆਵਾਂ, ਉਹਨਾਂ ਕਿਰਿਆਵਾਂ ਨੂੰ ਪ੍ਰਗਟ ਕਰਨ ਦਾ ਇਹ ਸਾਧਨ ਮਨ ਹੀ ਹੈ। ਇਹਦੇ ਵਿੱਚ ਸੰਕਲਪ, ਵਿਕਲਪ, ਸਮਝ, ਬੂਝ, ਵਿਚਾਰ, ਕਾਮਨਾ, ਇਹ ਸਾਰੀਆਂ ਚੀਜ਼ਾਂ ਇਹਦਾ ਹੀ ਕਹਿ ਲਓ ਕਿ ਮਨ ਇੱਕ ਸੂਖਮ ਇੰਦਰੀ ਦੇ ਤੌਰ 'ਤੇ ਹੀ ਹੈ। ਸੂਖਮ ਇੰਦਰੀ ਹੈ, ਸੂਖਮ ਇੰਦਰੀ ਦੇ ਤੌਰ 'ਤੇ ਆ। ਅਤੇ ਇਹ ਸਾਰੇ ਸਾਡੇ ਜਿੱਦਾਂ ਕਿਸੇ ਨੂੰ ਸਮਝਣਾ, ਕਿਸੇ ਨੂੰ ਵਿਚਾਰਨਾ, ਜਾਂ ਕਿਸੇ ਦਾ ਆਦਰ ਕਰਨਾ, ਅਭਿਮਾਨ ਕਰਨਾ, ਜਾਂ ਇੱਛਾ ਕਰਨੀ, ਕਿਸੇ ਦਾ ਕਬੂਲ ਕਰਨਾ, ਇਹ ਸਾਰੀਆਂ ਜਿਹੜੀਆਂ ਕਿਰਿਆਵਾਂ ਨਾ, ਇਹਦਾ ਪ੍ਰਗਟਾਵਾ ਮਨ ਦੇ ਨਾਲ ਹੀ ਹੁੰਦਾ। ਸਿੰਪਲ ਜੇ ਆਪਾਂ ਛੋਟੀ ਜਿਹੀ ਗੱਲ ਕਰਨੀ ਹੈ, ਮਨ ਦੇ ਕਹਿੰਦੇ ਮਨ ਇੱਕ ਖਿਆਲਾਂ ਦਾ ਸਮੂਹ ਆ ਜੀ। ਇਹਦੀ ਹੋਰ ਭੌਤਿਕ ਹੈ ਨਹੀਂ, ਇਹਦੀ ਸੂਖਮ ਖਿਆਲਾਂ ਦਾ ਇੱਕ ਸਮੂਹ ਆ। ਅਤੇ ਇਸੇ ਖਿਆਲਾਂ ਦੇ ਨਾਲ ਹੀ ਆਪਾਂ ਕਹਿ ਦਿੰਦੇ ਉੱਠ ਮਨਾ, ਆਹ ਕੰਮ ਕਰ ਲਾ, ਮੇਰਾ ਅੱਜ ਮਨ ਨਹੀਂ ਕਰਦਾ। ਮਤਲਬ ਇੱਦਾਂ ਦੇ ਸਾਰੇ ਖਿਆਲਾਂ ਦੇ ਹੀ ਵਿਚਾਰ ਨੇ। ਔਰ ਇੱਕ ਚੀਜ਼ ਜ਼ਰੂਰ ਹੈ ਕਿ ਮਨ ਸਾਡੀ ਚੇਤਨਤਾ ਦਾ ਕੇਂਦਰ ਆ। ਸਾਰੀ ਚੀਜ਼ ਜਿੰਨੀ ਵੀ ਆ ਸਾਡੀ ਮਨ ਦੇ ਹੀ ਦੁਆਲੇ ਘੁੰਮਦੀ ਆ। ਅਤੇ ਤੁਸੀਂ ਦੂਜੀ ਗੱਲ ਕਹੀ ਸੀ ਅੰਤਿਕਰਨ ਜੀ। ਜੇ ਆਪਾਂ ਗੁਰਬਾਣੀ ਦੀ ਗੱਲ ਕਰੀਏ ਨਾ, ਗੁਰਬਾਣੀ ਦੇ ਵਿੱਚ ਅੰਤਿਕਰਨ ਦੀ ਗੱਲ ਬਹੁਤੀ ਨਹੀਂ ਹੈਗੀ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਬਹੁਤ ਸਿੱਧੀਆਂ ਸਿੱਧੀਆਂ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਜਿੰਨੇ ਵੀ ਜਿਹੜੇ ਵੀ ਸੂਖਮ ਇੰਦਰੇ ਆ ਨਾ ਜਿਹੜੇ, ਉਹਨਾਂ ਨੂੰ ਗੁਰਬਾਣੀ ਨੇ ਅਲੱਗ-ਅਲੱਗ ਰੱਖ ਕੇ ਉਹਦਾ ਪ੍ਰਗਟਾਵਾ ਕੀਤਾ, ਕਿਉਂਕਿ ਸਾਡੀ ਮੋਟੀ ਬੁੱਧ ਆ ਜੀ। ਮੋਟੀ ਬੁੱਧ ਵਾਲੇ ਸਾਡੇ ਵਰਗਿਆਂ ਨੂੰ ਸਮਝਾਉਣ ਲਈ ਸਤਿਗੁਰਾਂ ਨੇ ਸਿੱਧਾ ਸਿੰਪਲ ਹੀ ਕੰਮ ਰੱਖਿਆ, ਕੰਪਲੀਕੇਟ ਨਹੀਂ ਕੀਤਾ। ਜਿਹੜੀ ਕੰਪਲੀਕੇਸ਼ਨ ਆ ਉਹ ਜ਼ਿਆਦਾ ਵਿਦਾਂਤ ਖਿਆਲ ਤੋਂ ਆਉਂਦੀ ਆ, ਜਾਂ ਜਿਹੜੇ ਛੇ ਉਪਦੇਸ਼ ਜਿਹੜੀ ਆਪਾਂ ਗੱਲ ਛੇ ਫਿਲਾਸਫੀਜ਼ ਦੇ ਆ ਨਾ ਸਨਾਤਨੀ, ਉਹਨਾਂ ਦੇ ਵਿੱਚ ਇਹਨਾਂ ਦੀ ਜ਼ਿਆਦਾ ਪਰਿਭਾਸ਼ਾ ਦਿੱਤੀ ਗਈ ਆ। ਅਤੇ ਬਹੁਤੀ ਪਰਿਭਾਸ਼ਾ ਉੱਥੋਂ ਹੀ ਆਉਂਦੀ ਆ। ਪਰ
ਉਹ ਸਚਾਈਆਂ ਗੁਰਬਾਣੀ ਵਿੱਚ ਅਲੱਗ-ਅਲੱਗ ਕਰਕੇ ਦਿੱਤੀਆਂ ਗੁਰਬਾਣੀ ਨੇ ਸਿੱਧੇ ਸ਼ਬਦਾਂ ਚੋਂ ਸਾਰੀਆਂ ਸਿੱਧੇ ਗੱਲਾਂ ਸ਼ਬਦਾਂ ਵਿੱਚ ਉਹ ਸਾਰੀਆਂ ਲੋਕਾਂ ਦੀ ਬੋਲੀ 'ਚ ਲੋਕਾਂ ਨੂੰ ਗੱਲ ਸਮਝਾਤੀ, ਕੰਪਲੀਕੇਟ ਨਹੀਂ ਕੀਤਾ। ਅੱਛਾ, ਹੁਣ ਆਪਾਂ ਗੱਲ ਕਰੀਏ ਅੰਤੇਕਰਨ ਦੀ। ਅੰਤੇਕਰਨ ਨੂੰ ਜਿਹੜਾ ਨਾ ਸ਼ਾਂਖ ਸ਼ਾਸਤਰ ਵਾਲਿਆਂ ਨੇ ਇਹਨੂੰ ਕਿਹਾ ਇਹ 11ਵੀਂ ਇੰਦਰੀ ਆ, ਮਤਲਬ 5 ਕਰਮ ਇੰਦਰੀ, 5 ਗਿਆਨ ਇੰਦਰੀ ਤੇ 11ਵੀਂ ਇੰਦਰੀ ਨੂੰ ਅੰਤੇਕਰਨ, ਜਿਹੜੀ ਸੂਖਸ਼ਮ ਜਾਂ ਸੂਖਸ਼ਮ ਇੰਦਰੀ, ਅੰਦਰ ਦੀ ਇੰਦਰੀ ਕਹਿ ਲਓ, ਜਿਹੜੀ ਕਿ ਜਿਹਦੇ ਸੰਯੋਗ ਦੇ ਨਾਲ ਜਿਹੜੀਆਂ ਬਾਹਰਲੀਆਂ ਇੰਦਰੀਆਂ ਜਿਹੜੀਆਂ ਉਹ ਕੰਮ ਕਰਦੀਆਂ, ਜਿਹੜੀਆਂ 10 ਇੰਦਰੀਆਂ, 5 ਗਿਆਨ ਤੇ 5 ਕਰਮ ਇੰਦਰੀਆਂ ਕੰਮ ਕਰਦੀਆਂ, ਇਹ ਬਾਹਰਲੀਆਂ ਨੇ, ਤੇ ਅੰਦਰ ਜਿਹੜੀ ਉਹਨੂੰ ਕੋਆਰਡੀਨੇਟ ਕਰਦੀ ਆ ਉਹ ਅੰਤੇਕਰਨ ਆ ਜੀ। ਤੇ ਜਿਹੜਾ ਇਹ ਮੰਨਿਆ ਗਿਆ ਕਿ ਚੀਜ਼ਾਂ ਦਾ ਜਿਹੜਾ ਬੋਧ ਹੋਣਾ ਵੀ ਆਹ ਚੀਜ਼ ਹੈਗੀ ਆ, ਕੁਰਸੀ ਪਈ ਆ, ਫਲਾਣੀ ਚੀਜ਼ ਪਈ ਆ, ਉਹਨਾਂ ਦਾ ਬੋਧ ਕਰਾਉਣ ਵਾਸਤੇ ਅੰਤੇਕਰਨ ਇੱਕ ਮਹੱਤਵਪੂਰਨ ਇੰਦਰੀ ਆ ਜੀ। ਇਹਦੇ ਥਰੂ ਹੀ ਸਾਨੂੰ ਹੁੰਦਾ ਹੈ। ਪਰ ਇਹ ਕਿੱਦਾਂ ਸਾਨੂੰ ਅਹਿਸਾਸ ਹੁੰਦਾ ਆ ਕਿ ਇਹ ਚੀਜ਼ ਹੈਗੀ ਆ, ਇਹਦੇ ਵੱਖ-ਵੱਖ ਖਿਆਲ ਨੇ, ਆਪਾਂ ਉਹਦੀ ਡਿਟੇਲ 'ਚ ਬਹੁਤੀ ਨਹੀਂ ਜਾਣਾ। ਜਿਹੜਾ ਪੱਛਮੀ ਤੇ ਜਿਹੜੇ ਈਸਟਰਨ ਖਿਆਲ ਆ, ਉਹ ਇਹਦੇ ਪੂਰਬੀ ਖਿਆਲ ਇਹਨਾਂ ਦੇ ਵੱਖਰੇ ਵੱਖਰੇ ਆ, ਫਲਸਫਾ ਵੱਖਰਾ, ਉਹਦਾ ਵਿਚਾਰਧਾਰਾ ਵੱਖਰੀਆਂ, ਮਨੋਵਿਗਿਆਨਕ ਵਿਚਾਰਧਾਰਾ ਵੱਖਰੀ ਆ। ਤੇ ਜਿਹੜੇ ਭਾਰਤੀ ਚਿੰਤਕ ਆ ਉਹ ਕਹਿੰਦੇ ਨੇ ਕਿ ਅੰਤःਕਰਨ ਨੂੰ ਪਹਿਲ ਦਿੰਦੇ ਪਹਿਲਾਂ, ਵੀ ਜਿਹੜੀ ਚੀਜ਼ ਨੂੰ ਕਿਸੇ ਚੀਜ਼ ਦਾ ਬੋਧ ਹੋਣਾ ਉਹ ਅੰਤःਕਰਨ ਦੇ ਥਰੂ ਹੁੰਦਾ, ਅੰਤःਕਰਨ ਦੇ ਵਿੱਚੋਂ ਭਾਵਨਾਵਾਂ ਜਾਂਦੀਆਂ ਨੇ ਤੇ ਉਹ ਪਤਾ ਲੱਗਦਾ ਕਿ ਇਹ ਚੀਜ਼ ਹੈਗੀ ਆ। ਜਿਹੜੇ ਵੈਸਟ ਵਾਲੇ ਆ ਉਹ ਉਲਟਾ ਲੈਂਦੇ ਆ, ਉਹ ਕਹਿੰਦੇ ਚੀਜ਼ ਪਈ ਆ, ਚੀਜ਼ ਦੇ ਵਿੱਚੋਂ ਰੇਜ਼ ਆਉਂਦੀਆਂ ਨੇ, ਵੇਵਸ ਨਿਕਲਦੀਆਂ ਨੇ, ਉਹ ਪਰ ਇੰਦਰੀਆਂ ਦੀ ਪਕੜ ਵਿੱਚ ਆਉਂਦੀਆਂ, ਇੰਦਰੀਆਂ ਫਿਰ ਅੰਤੇਕਰਨ ਨੂੰ ਮੈਸੇਜ ਦਿੰਦੀਆਂ, ਫਿਰ ਉਹਦਾ ਪਤਾ ਲੱਗਾ ਵੀ ਆਹ ਚੀਜ਼ ਹੈਗੀ ਆ। ਸੋ ਇਹ ਡਿਫਰੈਂਸ ਗੱਲ ਉਹੀ ਆ, ਗੱਲ ਉਹੀ ਆ ਵੀ ਦ੍ਰਿਸ਼ਟਾ ਤੇ ਦ੍ਰਿਸ਼ਟਮਾਨ ਕਿੱਦਾਂ ਐਕਸਪ੍ਰੈਸ ਕਰਦੇ, ਕਿੱਦਾਂ ਇੱਕ ਦੂਜੇ ਨਾਲ ਜੁੜਦੇ ਆ, ਉਹ ਡਿਫਰੈਂਸ ਫਿਲਾਸਫੀ ਦਾ ਹੈਗਾ। ਕਿਉਂਕਿ ਜਿਹੜੀ ਵੈਸਟਰਨ ਫਿਲਾਸਫੀ ਆ ਉਹ ਮਟੀਰੀਅਲਿਸਟਿਕ ਆ, ਉਹ ਚੀਜ਼ ਤੋਂ ਦੇਖ ਕੇ, ਉਹ ਚੀਜ਼ ਤੋਂ ਲੈ ਕੇ ਆਉਂਦੀ ਆ। ਜਿਹੜੀ ਈਸਟਰਨ ਫਿਲਾਸਫੀ ਆ, ਭਾਰਤੀ ਆ, ਉਹ ਸਭਿਅਤਾ, ਉਹਦਾ ਇਹ ਆ ਕਿ ਉਹਨਾਂ ਨੇ ਅੰਦਰ ਤੋਂ ਸ਼ੁਰੂ ਕਰਨਾ, ਸਪਿਰਿਚੁਅਲ ਆ, ਤੇ ਉਹ ਅਧਿਆਤਮਿਕ ਹੋਣ ਕਰਕੇ ਉਹਨੇ ਉੱਥੋਂ ਤੁਰਨਾ। ਇਹ ਸਿਰਫ ਅਪਰੋਚ ਦਾ ਹੀ ਫਰਕ ਆ, ਪਰ ਅਲਟੀਮੇਟਲੀ ਜਿਹੜਾ ਰਿਜ਼ਲਟ ਆ ਉਹ ਸੇਮ ਹੀ ਰਹਿੰਦਾ। ਤੇ ਜਿਹੜੇ ਭਾਰਤੀ ਦਾਰਸ਼ਨਿਕ ਹੋਏ ਨੇ ਨਾ, ਉਹਨਾਂ ਨੇ ਅੰਤੇਕਰਨ ਨੂੰ ਵੱਖ-ਵੱਖ ਤਰੀਕੇ ਨਾਲ ਲਿਆ। ਜੇ ਆਪਾਂ ਸ਼ਾਂਖ ਸ਼ਾਸਤਰ ਦੀ ਗੱਲ ਕਹਿ ਲਈਏ ਕਿ ਉਹਨਾਂ ਨੇ, ਸ਼ਾਂਖ ਸ਼ਾਸਤਰ ਵਾਲਿਆਂ ਨੇ ਇਹਨੂੰ 11ਵੀਂ ਇੰਦਰੀ ਮੰਨਿਆ, ਤੇ ਇਹਦੇ 3 ਭੇਦ ਦੱਸੇ ਆ। 3 ਭੇਦ ਆ, ਪਹਿਲਾ ਮਨ, ਫਿਰ ਬੁੱਧ ਤੇ ਫਿਰ ਅਹੰਕਾਰ। ਮਨ ਜਿਹੜਾ ਬੁੱਧ ਤੇ ਹੰਕਾਰ, ਤਿੰਨ ਦੱਸੇ ਉਹਨਾਂ ਨੇ, ਮਨ, ਬੁੱਧ ਤੇ ਅਹੰਕਾਰ ਆ। ਮਨ ਨੂੰ ਉਹਨਾਂ ਨੇ 11ਵੀਂ ਇੰਦਰੀ ਵੀ ਕਿਹਾ ਆ, ਸ਼ਾਂਖ ਸ਼ਾਸਤਰ ਵਾਲਿਆਂ ਨੇ 11ਵੀਂ ਇੰਦਰੀ ਵੀ ਮੰਨੀ ਆ। ਤੇ ਬੁੱਧ ਨੂੰ ਮਹੱਤਵ ਤੌਰ ਦੇ ਉੱਤੇ ਲਿਆ ਗਿਆ, ਮਹੱਤਵ ਆ, ਆਪ ਤੁਹਾਡੀ ਐਗਜ਼ਿਸਟੈਂਸ ਦਾ ਮਹੱਤਵ ਆ, ਇਹ ਉਸ ਤਰ੍ਹਾਂ ਲਿਆ ਜਾਂਦਾ। ਤੇ ਅਹੰਕਾਰ ਜਿਹੜਾ ਉਹ ਹਉਮੈ ਦਾ ਪ੍ਰਤੀਕਰਮ ਹੈ, ਹਉਮੈ ਨੂੰ ਹੰਕਾਰ ਕਿਹਾ ਗਿਆ। ਸੋ ਇਹ 3 ਚੀਜ਼ਾਂ ਲਈਆਂ ਗਈਆਂ, ਮਨ, ਬੁੱਧ ਤੇ ਅਹੰਕਾਰ। ਇਹ ਸ਼ਾਂਖ ਸ਼ਾਸਤਰ ਦੀ ਥਿਊਰੀ ਆ। ਉਸ ਤੋਂ ਬਾਅਦ ਉਹਨਾਂ ਵਿਦਾਂਤ ਜਿਹੜਾ ਵੇਦਾਂ ਦੇ ਅੰਤ ਦੀ ਫਿਲਾਸਫੀ ਆ, ਵੇਦਾਂਤਾ ਹੀ ਇਹਨੂੰ ਕਿਹਾ, ਵੇਦਾਂ ਦਾ ਅੰਤ। ਇਹ ਫਿਲਾਸਫੀ ਰੀਸੈਂਟ ਆ, ਔਰ ਇਹਦੇ ਵਿੱਚ 4 ਚੀਜ਼ਾਂ ਮੰਨੀਆਂ ਗਈਆਂ। 4 ਹੈਗੀਆਂ ਨੇ, ਉਹ ਹੈਗੀਆਂ ਨੇ ਮਨ, ਬੁੱਧ, ਚਿੱਤ ਤੇ ਅਹੰਕਾਰ। ਸੋ ਇਹਦੇ ਵਿੱਚ ਚਿੱਤ ਐਡ ਹੋਈ ਆ, ਸ਼ਾਂਖ ਸ਼ਾਸਤਰ ਨਾਲ ਚਿੱਤ ਇਹਨਾਂ ਨੇ ਐਡ ਕੀਤੀ ਆ। ਗੁਰਮਤ ਦੀ ਫਿਲਾਸਫੀ ਥੋੜੀ ਜਿਹੀ ਇਹਨਾਂ ਡਿਫਰੈਂਟ ਆ। ਅੱਛਾ ਜੀ। ਗੁਰਮਤ ਨੇ ਚੀਜ਼ਾਂ ਜਿਹੜੀਆਂ ਮੰਨੀਆਂ ਉਹ ਹੈਗੀਆਂ ਨੇ 4, ਤੇ ਉਹ 4 ਚੀਜ਼ਾਂ ਹੈਗੀਆਂ, ਉਹ ਹੈਗੀਆਂ ਮਨ, ਬੁੱਧ ਸੇਮ ਆ। ਜਿਹੜਾ ਚਿੱਤ ਆ ਨਾ, ਚਿੱਤ ਦੀ ਥਾਂ ਉੱਥੇ ਸੁਰਤ ਦਿੱਤਾ, ਸੁਰਤ ਕਹਤੀ। ਹਾਂ, ਇਹ ਚੇਤਾ ਵੀ ਆ, ਸੁਰਤ ਦੇ ਸ਼ਬਦ ਨਾਲ ਜੋੜਿਆ, ਇਹ ਚੇਤਾ ਵੀ ਆ ਤੇ ਚੇਤਨਾ ਵੀ ਆ। ਇਹਨੂੰ ਚੇਤਨਾ ਦੇ ਤੌਰ ਤੇ ਵੀ ਵਰਤਿਆ ਤੇ ਚੇਤੇ ਦੇ ਤੌਰ ਤੇ ਵੀ ਵਰਤਿਆ ਗਿਆ। ਸੁਰਤ ਦਾ ਮਤਲਬ ਇਹ ਆ, ਗੁਰਬਾਣੀ ਜ਼ਿਕਰ ਆਇਆ ਚੇਤਨਾ ਹੈ ਤੋ ਚੇਤ ਲੈ। ਹਾਂ, ਇਹ ਚੇਤਨਾ ਦੇ ਤੌਰ ਤੇ ਵੀ ਵਰਤਿਆ ਗਿਆ। ਤੇ ਚੌਥੀ ਚੀਜ਼ ਆ ਮਤ ਜਿਹੜੀ ਆ ਉਹ ਤੁਹਾਡੀ ਆਪਣੀ ਆ, ਇਹਦਾ ਮਤਲਬ ਤੁਹਾਡਾ ਆਪਣਾਪਨ ਜਿਹਾ, ਇਹ ਅਹੰਕਾਰ ਆ, ਇਹ ਹਉਮੈ ਆ। ਹਉਮੈ ਤੇ ਹੰਕਾਰ ਨੂੰ ਇੰਡੀਕੇਟ ਉਹਨਾਂ ਨੇ ਮਤ ਦੇ ਤੌਰ ਤੇ ਕੀਤਾ। ਸੋ ਮਤ ਅਹੰਕਾਰ ਆ, ਹਉਮੈ ਆ। ਸੁਰਤ ਜਿਹੜੀ ਆ ਉਹ ਚੇਤਿਆ ਤੇ ਚੇਤਨਾ ਆ। ਦੂਜੀਆਂ 2 ਚੀਜ਼ਾਂ ਸੇਮ ਆ ਜਿਹੜੀਆਂ ਵੇਦਾਂਤ ਵਾਲੀਆਂ ਨੇ। ਇਹ ਸਤਿਗੁਰਾਂ ਨੇ ਸਾਨੂੰ ਦੱਸਿਆ, ਕਿਉਂਕਿ ਜਦੋਂ ਇਹ ਗੁਰਮਤਿ ਨੇ ਦਿੱਤਾ, ਸੁਰਤ ਜਿਹੜੀ ਆ ਉਹ ਚਿੱਤ ਵੀ ਆ, ਚੇਤਾ ਵੀ ਆ। ਤੇ ਇਹ ਗੁਰਮਤਿ ਦੇ ਅਨੁਸਾਰ ਇਹ ਸਾਧਨਾ ਦੇ ਨਾਲ ਇਹਨੂੰ ਘੜਿਆ ਜਾ ਸਕਦਾ। ਅੱਗੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਤੇ ਇਹਨੂੰ ਆਪਾਂ ਗੁਰਮਤਿ ਦੇ ਹਿਸਾਬ ਦੇ ਨਾਲ ਸੁਰਾਂ ਸੁਧਾਂ ਦੀ ਸਿੱਧ ਹੋ ਜਾਂਦੀ ਇਹਦੇ ਨਾਲ, ਇਹ ਜਿਹੜੇ ਘੜੀਆਂ ਜਾਣ ਤੇ ਇੰਨੀ ਚੇਤਨਾ ਤੁਹਾਡੀ ਇੰਨੀ ਵੱਧ ਜਾਂਦੀ ਆ ਕਿ ਸਿੱਧਾਂ ਵਰਗੀ ਤੁਹਾਡੀ ਚੇਤਨਾ ਹੋ ਸਕਦੀ ਆ। ਸੋ ਅੰਤੇਕਰਨ ਜਿਹੜੇ 4 ਭਾਗ ਵਿਦਾਂਤ ਨੇ ਕਹੇ ਨੇ, ਉਹ ਵਿਦਾਂਤਕ ਤੌਰ ਦੇ ਉੱਤੇ ਅੰਤਕਰਨ ਜਿਹੜਾ ਚੇਤਨ ਆਤਮਾ ਤੇ ਅਚੇਤਨ ਪਦਾਰਥ,
ਜੀ ਇਹਨਾਂ ਦੇ ਵਿਚਾਲੇ ਦੀ ਚੀਜ਼ ਮੰਨੀ ਆ ਉਹਨੂੰ ਅੰਤਿਕਰਨ ਨੂੰ। ਅੱਛਾ ਜੀ। ਪਦਾਰਥ ਜਿਹੜਾ ਚੇਤਨ ਆ, ਅੱਛਾ, ਮਟੀਰੀਅਲ ਆ, ਤੇ ਜਿਹੜੀ ਆਤਮਾ ਆ ਉਹ ਚੇਤਨ ਆ। ਆ। ਇਹਨਾਂ ਦੇ ਵਿਚਾਲੇ ਦੀ ਜਿਹੜੀ ਚੀਜ਼ ਆ ਉਹਨੂੰ ਇਹਨਾਂ ਕਿਹਾ ਅੰਤਿਕਰਨ ਆ, ਕਿਉਂਕਿ ਅੰਤਿਕਰਨ ਦੇ ਵਿੱਚ ਦੋਵਾਂ ਤਰ੍ਹਾਂ ਦੇ ਗੁਣ ਹੈਗੇ ਨੇ। ਮਨ ਵਰਗੀ ਗੱਲ ਹੀ ਹੋਈ। ਹਾਂ, ਦੋਵਾਂ ਤਰ੍ਹਾਂ ਦੇ ਗੁਣ ਹੈਗੇ। ਜਿੱਦਾਂ ਇਹਦੇ ਵਿੱਚ ਤੇਜਸਵੀ ਪੱਖ ਜਿਹੜਾ ਆਤਮਾ ਦਾ ਉਹ ਵੀ ਹੈਗਾ, ਜੀ, ਤੇ ਤਾਤਵਿਕ ਪੱਖ ਜਿਹੜਾ ਪਦਾਰਥ ਦਾ ਉਹ ਵੀ ਹੈਗਾ। ਇਸ ਕਰਕੇ ਵਿਚਾਲੇ ਜੇ ਦੀ ਗੱਲ ਕੀਤੀ ਹੈ। ਜਿੱਦਾਂ ਕਹਿ ਲਓ ਲੋਹੇ ਨੂੰ ਆਪਾਂ ਗਰਮ ਕਰ ਦਈਏ, ਪਿਘਲਾ ਦਈਏ, ਤੇ ਲੋਹੇ ਦੇ ਵਿੱਚ ਲੋਹੇ ਦਾ ਵੀ ਤੱਤ ਹੈਗਾ ਜੀ, ਤੇ ਅਗਨੀ ਦਾ ਤੱਤ ਵੀ ਹੈਗਾ, ਓ, ਤੋ ਉਹ ਵਿਚਾਲੇ ਦੀ ਗੱਲ ਹੋ ਗਈ। ਤੇ ਇਸ ਤਰ੍ਹਾਂ ਵੀ ਵਿਦਾਂਤ ਵਾਲਿਆਂ ਦੇ ਸ਼ਾਕ ਸ਼ਾਸਤਰ ਵਾਲਿਆਂ ਨੇ ਇਹਨੂੰ ਇਦਾਂ ਵੀ ਐਕਸਪਲੇਨ ਕੀਤਾ। ਜੇ ਆਪਾਂ ਇਹ ਚਾਰੇ ਚੀਜ਼ਾਂ ਲਈਏ ਜਿਹੜੀਆਂ ਵਿਦਾਂਤ ਨੇ ਦੱਸੀਆਂ, ਮਨ ਜਿਹੜਾ ਉਹਨੂੰ ਕਿਹਾ ਕਿ ਇਹ ਸੰਕਲਪ ਤੇ ਵਿਕਲਪ ਪੈਦਾ ਕਰਦਾ, ਜੀ, ਪੋਜ਼ਿਟਿਵ ਨੈਗੇਟਿਵ, ਇੱਕ ਚੀਜ਼ ਆ ਕਰ ਲਈ, ਆ ਵੀ ਹੋ ਸਕਦੀ, ਆ ਵੀ ਹੋ ਸਕਦੀ, ਉਹ ਵੀ ਪੈਦਾ ਕਰ ਸਕਦਾ। ਮਨ ਦੀ ਚੇਤਨਤਾ ਦਾ ਇੱਕ ਕੇਂਦਰ ਮੰਨਿਆ ਗਿਆ, ਫੁਰਨਿਆਂ ਦਾ ਇਹਨੂੰ ਘਰ ਮੰਨਿਆ ਗਿਆ, ਤੇ ਇਸ ਨੂੰ ਕਿਹਾ ਗਿਆ ਕਿ ਉਹ ਸ਼ਕਤੀ ਆ ਬੰਦੇ ਦੇ ਵਿੱਚ ਜਿਹਦੇ ਨਾਲ ਤੁਹਾਡੇ ਵਿੱਚ ਸੰਵੇਦਨਾ, ਸੰਕਲਪ, ਇੱਛਾ, ਦਵੈਸ਼ ਭਾਵ, ਬੋਧ, ਵਿਚਾਰ ਪ੍ਰਗਟ ਹੁੰਦੇ ਨੇ। ਇਹ ਅਨੁਭਵੀ ਸ਼ਕਤੀ ਆ, ਇਸ ਨੂੰ ਉਹਨਾਂ ਨੇ ਮਨ ਕਿਹਾ। ਤੇ ਮਨ ਦੇ ਸਹਿਯੋਗ ਦੇ ਨਾਲ ਹੀ ਕਹਿੰਦੇ ਜੇ ਅੱਖ ਨੇ ਕਿਸੇ ਚੀਜ਼ ਨੂੰ ਦੇਖਣਾ ਨਾ, ਇਹ ਮਨ ਦੇ ਸਹਿਯੋਗ ਦੇ ਨਾਲ ਦੇਖਦੀ ਹੈ। ਜੇ ਕੰਨਾਂ ਨੇ ਸੁਣਨਾ, ਮਨ ਦੇ ਸਹਿਯੋਗ ਦੇ ਨਾਲ ਦੇਖਦੇ ਆ। ਕਰਮ ਇੰਦਰੀ ਜਿਹੜੇ ਆ ਉਹ ਇਹਦੇ ਸਹਿਯੋਗ ਦੇ ਨਾਲ ਹੀ ਕੰਮ ਕਰਦੇ, ਗਿਆਨ ਇੰਦਰੀ ਵੀ ਇਹਦੇ ਸਹਿਯੋਗ ਦੇ ਨਾਲ ਕੰਮ ਕਰਦੇ ਆ। ਜੀ। ਤੇ ਜੇ ਆਪਾਂ ਬੁੱਧ ਲਈਏ, ਬੁੱਧ ਕੀ ਆ? ਬੁੱਧ ਜਿਹੜੀ ਆ, ਇਹ ਬੁੱਧ ਹੈਗਾ ਚੰਗੇ ਮਾੜੇ ਵਿਕਾਰਾਂ ਦਾ, ਕਰਮਾਂ ਦਾ, ਉਹਨਾਂ ਦਾ ਇਹਨੇ ਨਿਸ਼ਚਾ ਕਰਨਾ, ਨਿਰਣਾ ਕਰਨਾ, ਜੀ, ਵੀ ਆ ਚੰਗਾ ਆ, ਆ ਮਾੜਾ ਆ, ਉਹਦਾ ਐਨਾਲਿਸਿਸ ਕਰਨਾ, ਵਿਸ਼ਲੇਸ਼ਣ ਕਰਨਾ ਆ, ਤੇ ਇਹਨੇ ਵਿਵੇਕ ਦੇ ਨਾਲ ਉਸ ਦਾ ਨਿਰੀਖਣ ਕਰਨਾ, ਤੇ ਸਾਨੂੰ ਜਿਹੜੀਆਂ ਚੀਜ਼ਾਂ ਉਹਨਾਂ ਦਾ ਬੋਧ ਕਰਨਾ। ਇਸ ਕਰਕੇ ਇਹਨੂੰ ਬੁੱਧ ਕਿਹਾ। ਚੌਥੀ ਚੀਜ਼ ਹੈ ਚਿੱਤ। ਚਿੱਤ ਕੀ ਆ? ਚਿੱਤ ਇਹਨੂੰ ਸਮਰਨ ਸ਼ਕਤੀ ਵੀ ਕਿਹਾ ਗਿਆ। ਚੇਤੇ ਨਾਲ ਜੁੜ ਕੇ ਚੇਤੇ ਦੀ ਸ਼ਕਤੀ ਆ, ਇਹਦੇ ਵਿੱਚ ਚੇਤਾ ਰਹਿਣਾ। ਫਿਰ ਵਿਚਾਰਾਂ ਜਾਂ ਤਜਰਬਿਆਂ ਨੂੰ ਇਕੱਠੇ ਕਰਨਾ, ਜਿਹੜੇ ਸਾਡੇ ਪਿਛਲੇ ਐਕਸਪੀਰੀਅੰਸਿਸ ਹੋਏ ਨੇ ਉਹਨਾਂ ਦੇ ਜਿਹੜੇ ਤਜਰਬੇ ਆ ਉਹਨਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਚੇਤਾ ਰੱਖਣਾ, ਉਹਨਾਂ ਨੂੰ ਜਮ੍ਹਾਂ ਰੱਖਣਾ, ਤੇ ਉਹਨਾਂ ਦੀ ਲੋੜ ਪੈਣ ਤੇ ਵਰਤੋਂ ਕਰਨੀ। ਜੀ, ਇਹ ਮਤਲਬ ਵਿਦਾਂਤ ਦੇ ਹਿਸਾਬ ਦੇ ਨਾਲ ਚਿੱਤ ਨੂੰ ਇਦਾਂ ਲਿਆ ਗਿਆ। ਗੁਰਬਾਣੀ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਹੋਰ ਅੱਗੇ ਕਰਦੇ ਹਾਂ। ਚੌਥੀ ਗੱਲ ਅਹੰਕਾਰ ਆ। ਅਹੰਕਾਰ ਜਿਹੜੀ ਉਹ ਸ਼ਕਤੀ ਮੰਨੀ ਗਈ ਆ ਜਿਹਦੇ ਨਾਲ ਮੈਂ ਮੇਰੀ ਦਾ ਬੋਧ ਹੁੰਦਾ। ਜੀ, ਮੈਂ ਮੇਰੀ ਤੋਂ ਫਿਰ ਮਾਇਆ ਤੇ ਮੋਹ ਪੈਦਾ ਹੁੰਦੀ ਆ। ਜੀ, ਮਾਇਆ ਦਾ ਇਹ ਜਨਮਿਆ, ਮਾਇਆ ਮੋਹ ਦਾ ਜਨਮਿਆ। ਮਾਇਆ ਮੋਹ ਦੀ ਮਾਂ ਆ, ਜੀ, ਤੇ ਮਾਇਆ ਹਉਮੈ ਦੀ ਵੀ ਮਾਂ ਆ। ਹਉਮੈ ਵੀ ਇੱਥੋਂ ਹੀ ਪੈਦਾ ਹੁੰਦੀ ਆ। ਸੋ ਜਿਹੜੀ ਦੁਵੈਤ ਭਾਵ ਆ ਮਾਇਆ ਤੋਂ ਪ੍ਰੋਡਿਊਸ ਹੁੰਦੀ ਆ, ਉਹ ਅਹੰਕਾਰ ਤੋਂ ਹੀ ਇਹ ਚੀਜ਼ਾਂ ਉਪਜਦੀਆਂ, ਤੇ ਜੀਵਾਂ ਨੂੰ ਪਦਾਰਥਾਂ ਦੇ ਨਾਲ ਅਟੈਚਮੈਂਟ ਹੁੰਦੀ ਆ, ਮੋਹ ਪੈਦਾ ਹੁੰਦਾ। ਜੀ, ਫਿਰ ਮੇਰੀ ਹੋ ਗਈ, ਮੇਰੀ ਹੋ ਗਈ, ਫਿਰ ਅਹੰਕਾਰ ਤੂੰ ਹੱਥ ਲਾ ਕੇ ਦਿਖਾ, ਹਨਾ, ਫਿਰ ਆਪਾਂ ਇਦਾਂ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਅਹੰਕਾਰ ਜਿਹੜਾ ਹਉਮੈ, ਜਿਹੜਾ ਹਉਮੈ ਹੀ ਗੁਰਬਾਣੀ ਨੇ ਤੇ ਹਉਮੈ ਨੂੰ ਮੰਨਿਆ ਕਿ ਜਿਹਨੂੰ ਮਤ ਕਿਹਾ, ਹੰਕਾਰ ਕਿਹਾ, ਕਹਿੰਦਾ ਇਹਦੇ ਨਾਲ ਹੀ ਸਾਰਾ ਕੁਝ ਪੈਦਾ ਹੋਇਆ। ਹਉਮੈ ਕਰ ਕਰ ਜੰਤੋ ਪਾਇਆ, ਹਉਮੈ ਬੂਝੇ ਤਾਂ ਦਰ ਸੁਝੇ, ਗਿਆਨ ਹੋਣਾ ਕਤ ਕਤ ਦੂਜੇ। ਹਉਮੈ ਸੰਸਾਰ ਦੀ ਉਪਜ ਦੀ ਪਹਿਲੀ ਇਨਗਰੀਡੀਐਂਟ ਪਹਿਲਾ ਜਿਹੜਾ ਆ ਸਿੱਧ ਗੋਸ਼ਟੀ ਵਿੱਚ ਸਿੱਧਾ ਨੂੰ ਗੁਰੂ ਨਾਨਕ ਸਾਹਿਬ ਨੇ ਇਹੀ ਕਿਹਾ ਜਦੋਂ ਉਹਨੇ ਕਿਹਾ ਵੀ ਕਿਤਬਤ ਜਾਗੂ ਉਪਜੇ ਪੁਰਖਾ। ਹਾਂ, ਤੇ ਉਹ ਕਹਿੰਦੇ ਵੀ ਤੁਸੀਂ ਹਉਮੈ ਆ, ਹਉਮੈ ਚੋਂ ਇਹਦੇ ਨਾਲ ਸੈਪਰੇਸ਼ਨ ਹੁੰਦੀ ਸਾਡੀ ਪਰਮਾਤਮਾ ਦੀ। ਨਹੀਂ ਤਾਂ ਅਸੀਂ ਪਰਮਾਤਮਾ ਦਾ ਰੂਪ ਹੀ, ਕਿਉਂਕਿ ਸਾਡੀ ਜਿਹੜੀ ਐਗਜ਼ਿਸਟੈਂਸ ਹੈ ਹਉਮੈ ਦੀ ਆ। ਸਾਡੀ ਮੈਂ ਜਿਹੜੀ ਜਾਗੂ ਉਪਜੇ ਪੁਰਖਾ। ਹਾਂ, ਹਉਮੈ ਵਿੱਚ ਜਾਗੂ ਉਪਜੇ। ਹਾਂਜੀ, ਇਹ ਠੀਕ ਹੈ ਗੱਲ। ਸੋ ਇਹ ਹਉਮੈ ਜਿਹੜਾ ਇਹ ਅੰਤःਕਰਨ ਦਾ ਇਹ ਮੂਲ ਆ। ਅੰਤःਕਰਨ ਇਹ ਹੰਕਾਰ ਦਾ ਜਿਹੜਾ ਹਉਮੈ ਪੈਦਾ ਹੁੰਦੀ ਹੈ, ਗੁਰਮਤਿ ਨੇ ਇਹਨੂੰ ਅੰਤःਕਰਨ ਦਾ ਮੂਲ ਰੱਖਿਆ। ਗੁਰਮਤਿ ਅਨੁਸਾਰ ਹਉਮੈ ਅੰਤःਕਰਨ ਦਾ ਮੂਲ ਆ। ਤੇ ਇਹ ਇੰਨਾ ਤਾਕਤਵਰ ਆ, ਹਉਮੈ ਇੰਨਾ ਤਾਕਤਵਰ ਹੈ ਕਿ ਮਨ ਨੂੰ ਵੀ ਇਫੈਕਟ ਕਰਦਾ, ਇਹ ਚਿੱਤ ਨੂੰ ਵੀ ਇਫੈਕਟ ਕਰਦਾ, ਇਹ ਬੁੱਧ ਨੂੰ ਵੀ ਇਫੈਕਟ ਕਰਦਾ। ਦੂਜੇ ਜਿਹੜੇ ਤਿੰਨ ਆ ਨਾ, ਹਉਮੈ ਉਹਨਾਂ ਸਾਰਿਆਂ ਨੂੰ ਇਫੈਕਟ ਕਰਦਾ। ਉਹ ਤੁਹਾਡੇ ਨਿਰਣੇ ਜਿਹੜੇ ਸਾਰੇ ਇਫੈਕਟ ਹੋ ਜਾਂਦੇ ਆ। ਇਸੇ ਕਰਕੇ ਗੁਰੂ ਸਾਹਿਬ ਨੇ ਹਉਮੈ ਕਰ ਕਰ ਜੰਤ ਪਾਇਆ ਤਾਂ ਹੀ ਕਿਹਾ ਨਾ। ਇਹ ਕਿਰਿਆਵਾਂ ਜਿਹੜੀਆਂ ਨਾ, ਸਾਰੀਆਂ ਕਿਰਿਆਵਾਂ ਜਿਹੜੀਆਂ ਮਨ ਬੁੱਧ ਚਿੱਤ ਦੀਆਂ ਕਿਰਿਆਵਾਂ ਜਿਹੜੀਆਂ, ਉਹਨਾਂ ਤੇ ਅਭਿਮਾਨ ਹੰਕਾਰ ਇਹ ਉਹਦੇ ਤੇ ਦੁਬੇਲ ਆ। ਉਹ ਉਹਨਾਂ ਦੇ ਨਿਰਣਿਆਂ ਨੂੰ ਚੇਂਜ ਕਰ ਦਿੰਦਾ। ਮੈਂ ਮੇਰੀ ਭਾਵਨਾ ਜਿਹੜੀ ਆ, ਹੁਣ ਤੁਹਾਡੀ ਭਾਵੇਂ ਜਿਹੜੀ ਬੁੱਧ ਆ ਤੁਹਾਡੀ ਗਿਆਨ ਦਾ ਕੇਂਦਰ ਆਪਾਂ ਮੰਨਦੇ ਆ, ਨਿਰਣਾ ਕਰਦੀ ਆ, ਪਰ ਹੰਕਾਰ ਜਿਹੜਾ ਅਭਿਮਾਨ ਜਿਹੜਾ ਉਹ ਬੁੱਧ ਨੂੰ ਪਰਿਵਰਤਨ ਕਰ ਦਿੰਦਾ।
ਇਹਦਾ ਅਸਰ ਇਹ 'ਤੇ ਕਰਦਾ, ਬੁੱਧ ਦੀ ਯੋਗਤਾ ਜਿਹੜੀ ਆ ਉਹਨੂੰ ਅਫੈਕਟ ਕਰ ਦਿੰਦਾ। ਜੀ। ਹੁਣ ਹੰਕਾਰ ਜਿਹੜਾ ਨਾ, ਜਿਹੜਾ ਆਤਮਾ ਦੇ ਨਾਲ ਲੱਗ ਕੇ ਵੀ ਹੰਕਾਰ ਆਤਮਾ ਦੇ ਅਰਾਊਂਡ ਵੀ ਇਹ ਪ੍ਰਗਟਾਵਾ ਕਰਦਾ ਹੈ, ਜਿਹਦੇ ਕਰਕੇ ਆਤਮਾ ਦੇ ਆਲੇ ਦੁਆਲੇ ਇੱਕ ਸ਼ੈੱਲ ਬਣਾ ਕੇ ਆਤਮਾ ਨੂੰ ਵੀ ਅਹਿਸਾਸ ਕਰਾਉਂਦਾ ਕਿ ਆਪਾਂ ਸੈਪਰੇਟ ਆ। ਠੀਕ ਹੈ, ਪਰਮਾਤਮਾ ਤੋਂ ਪਰਮਾਤਮਾ ਦਾ ਰੂਪ ਨਹੀਂ ਬਣਨ ਦਿੰਦਾ, ਨਾ ਬਣ ਨਹੀਂ ਦਿੰਦਾ, ਸੈਪਰੇਟ ਨਾ ਹੋਵੇ ਤੇ ਫਿਰ ਪਰਮਾਤਮਾ ਆਤਮਾ ਨੂੰ ਵੀ ਭੰਬਲ ਭੂਸੇ ਪਾਉਂਦਾ, ਹੰਕਾਰ ਹੀ ਹਉਮੈ ਹੀ ਇਹ ਉਹਦੇ ਦੁਆਲੇ ਸ਼ੌਲ ਪੈਦਾ ਕਰ ਦਿੰਦਾ ਕਿ ਤੂੰ ਸੈਪਰੇਟ ਆ, ਤੂੰ ਹੁਣ ਅੱਡ ਆ। ਇਸ ਕਰਕੇ ਆਤਮਾ ਦੀ ਐਗਜ਼ਿਸਟੈਂਸ ਵੀ ਹਉਮੈ ਕਰਕੇ ਹੀ ਆ, ਜਿਹੜੀ ਸੈਪਰੇਟ ਜੀਵ ਆਤਮਾ ਜਿਹੜੀ ਆ ਉਹਦੀ ਐਗਜ਼ਿਸਟੈਂਸ ਹਉਮੈ ਕਰਕੇ ਆ। ਹਉ ਦਾ ਅਰਦਾਸ ਹੋਣਾ ਤੇ ਇਹ ਆਭਾਸ ਜਿਹੜਾ ਆ ਉਹ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲ ਨਹੀਂ ਦਿੰਦਾ, ਜਾਂ ਕਹਿ ਲਓ ਅਵਿਦਿਆ ਕਾਰਨ, ਹੰਕਾਰ ਕਾਰਨ ਇਹ ਅੰਤਿਕਰਨ ਆਪਣਾ ਸੈਪਰੇਟ ਰੂਪ ਜਿਹੜਾ ਬਣਾ ਕੇ ਰੱਖਦਾ ਜੀ ਪਰਮਾਤਮਾ ਦੇ ਨਾਲੋਂ, ਤੇ ਓਪਰਾ ਰੂਪ ਬਣਨ ਦੇ ਨਾਲ ਸਾਡੀ ਇਹ ਸੈਪਰੇਸ਼ਨ ਹੋਈ ਰਹਿੰਦੀ ਆ। ਭਾਵੇਂ ਆਤਮਾ ਅਨਾਦੀ ਆ, ਪਰਮਾਤਮਾ ਦਾ ਰੂਪ ਆ, ਪਰ ਉਹਨੂੰ ਸੈਪਰੇਟ ਕਰਨ ਵਾਲਾ ਹਉਮੈ ਹੀ ਆ, ਹਉਮੈ ਸੈਪਰੇਟ ਰਹਿੰਦਾ। ਇਹ ਹੁਣ ਜੇ ਆਪਾਂ ਵਿਦਾਂਤ ਦਾ ਲਈਏ, ਵਿਦਾਂਤ ਦੇ ਨਾਲੋਂ ਜਿਹੜੀ ਗੁਰਮਤਿ ਨੇ ਬੁੱਧ ਦੀ ਪਰਿਭਾਸ਼ਾ ਦਿੱਤੀ ਉਹ ਡੂੰਘੀ ਦਿੱਤੀ ਆ। ਕਿਉਂਕਿ ਬੁੱਧ ਦੇ ਵਿੱਚ ਵਿਵੇਕ ਬੁੱਧ ਵੀ ਆ ਜਾਂਦੀ ਆ। ਵਿਵੇਕ ਬੁੱਧ ਜਿਹੜੀ ਆ ਉਹ ਇਸੇ ਦਾ ਰੂਪ ਆ। ਵਿਦਾਂਤ ਨੇ ਜਿਹੜਾ ਚਿੱਤ ਲਿਆ ਆ ਉਹਦੇ ਨਾਲੋਂ ਵੀ ਗੁਰਮਤਿ ਦੇ ਚਿੱਤ ਦੇ ਅਰਥ ਜਿਹੜੇ ਆ ਜ਼ਿਆਦਾ ਡੂੰਘੇ ਆ, ਜ਼ਿਆਦਾ ਉਹਨਾਂ ਨੇ ਵਿਸ਼ਾਲ ਕੀਤੇ ਆ। ਚਿੱਤ ਨੂੰ ਸੁਰਤ ਦੇ ਤੌਰ ਤੇ ਲਿਆ ਗਿਆ ਤੇ ਸੁਰਤ ਦੇ ਅਰਥ ਜਿਹੜੇ ਆ ਉਹ ਬਹੁਤ ਹੀ ਡੂੰਘੇ ਅਰਥ ਨੇ ਗੁਰਮਤਿ ਦੇ ਅਨੁਸਾਰ। ਸੋ ਜਿਹੜੀ ਗੁਰਮਤਿ ਦੇ ਵਿੱਚ ਮਨ ਦੇ ਅਰਥ ਵੀ ਡੂੰਘੇ ਆ, ਮਨ ਦੀ ਪਰਿਭਾਸ਼ਾ ਵੀ ਜ਼ਿਆਦਾ ਵਿਸ਼ਾਲ ਆ ਵਿਦਾਂਤ ਦੇ ਨਾਲੋਂ। ਇਹਦੇ ਆਪਾਂ ਅੱਗੇ ਇਹਦੀ ਗੱਲ ਕਰਾਂਗੇ। ਜੇ ਆਪਾਂ ਗੌਰ ਨਾਲ ਤੱਕੀਏ ਨਾ, ਜਿਹੜਾ ਵਿਦਾਂਤਕ ਅੰਤਿਕਰਨ ਹੈ ਉਹਦੇ 4 ਹਿੱਸੇ ਮੰਨੇ ਗਏ ਆ, ਤੇ ਜੇ 4 ਹਿੱਸਿਆਂ ਨੂੰ ਅਸੀਂ ਗੁਰਮਤਿ ਦੀ ਕਸੌਟੀ ਤੇ ਲਾਈਏ ਨਾ ਤੇ ਇਹਨਾਂ ਦੋ ਵਿੱਚ ਵੰਡ ਸਕਦੇ ਆ। ਦੋ ਹੋ ਸਕਦੇ ਨੇ ਗੁਰਮਤਿ ਦੇ ਅੰਤਿਕਰਨ, ਜੇ ਆਪਾਂ ਕੰਬਾਈਨ ਕਰੀਏ ਦੋ ਹਿੱਸੇ, ਮਨ ਦੇ ਨਾਲ ਹਉਮੈ ਹੰਕਾਰ ਰਲ ਜਾਏ ਇਹ ਇੱਕ ਬਣ ਜਾਂਦਾ, ਮਨ ਹੀ ਬਣ ਜਾਂਦਾ। ਠੀਕ ਹੈ, ਹਉਮੈ ਨਾਲ ਰਲ ਕੇ ਹਉਮੈ ਦੇ ਨਾਲ ਮਨ ਦਾ ਕੰਬੀਨੇਸ਼ਨ ਆ। ਠੀਕ ਹੈ, ਇਸ ਕਰਕੇ ਗੁਰਮਤਿ ਵਿੱਚ ਬਹੁਤੀ ਥਾਈਂ ਮਨ ਤੇ ਹਉਮੈ ਨੂੰ ਇਕੱਠਾ ਵੀ ਕਰਕੇ ਦੱਸਿਆ ਗਿਆ। ਦੂਜਾ ਇਹ ਹੈਗਾ ਆ ਬੁੱਧ ਦੇ ਨਾਲ ਜਿਹੜਾ ਚਿੱਤ, ਜਿਹੜੀ ਸਿਮਰਤੀ ਆ, ਕਿਉਂਕਿ ਬੁੱਧ ਨੇ ਐਨਾਲਿਸਿਸ ਕਰਨਾ। ਐਨਾਲਿਸਿਸ ਕਾਹਦਾ ਕਰਨਾ? ਜਿਹੜੀਆਂ ਜਮ੍ਹਾਂ ਹੋਈਆਂ ਚਿਤਵੀਆਂ ਚੀਜ਼ਾਂ ਨੇ ਉਹ ਉਹਨਾਂ ਨੇ ਕਰਨੀਆਂ, ਤੇ ਇਸ ਕਰਕੇ ਇਹਨੂੰ ਬੁੱਧ ਵੀ ਕਿਹਾ ਜਾ ਸਕਦਾ। ਸੋ ਗੁਰਮਤਿ ਅਨੁਸਾਰ ਮਨ ਤੇ ਬੁੱਧ ਦੋ ਚੀਜ਼ਾਂ ਦੀ ਐਗਜ਼ਿਸਟੈਂਸ ਬਹੁਤ ਜ਼ਿਆਦਾ। ਇਹਨਾਂ ਚੌਹਾਂ ਨੂੰ ਦੋ ਵਿੱਚ ਸਮਰਾਈਜ਼, ਹਉਮੈ ਚਿੱਤ ਅੰਤਿਕਰਨ, ਇਹਨਾਂ ਚੌਹਾਂ ਵਿੱਚ ਸਮਰਾਈਜ਼ ਕੀਤਾ ਜਾ ਸਕਦਾ। ਹੁਣ ਤੁਸੀਂ ਦੂਜਾ ਸਵਾਲ ਕੀਤਾ ਸੀ ਕਿ ਗੁਰਬਾਣੀ ਨੇ ਮਨ ਨੂੰ ਕਿਹੜੇ ਨਾਵਾਂ ਦੇ ਨਾਲ ਪੁਕਾਰਿਆ ਤੇ ਕਿਉਂ। ਜੇ ਆਪਾਂ ਗੁਰਬਾਣੀ ਦੇਖੀਏ, ਮੋਟੇ ਸ਼ਬਦਾਂ ਵਿੱਚ ਨਾ ਮਨ ਨੂੰ ਦਿਲ, ਹਿਰਦਾ, ਅੰਤਿਕਰਨ, ਜੀ ਤੇ ਖਿਆਲ, ਇਹਨਾਂ ਪਰਿਭਾਸ਼ਾ ਦੇ ਨਾਲ ਵੀ ਮੁਹੱਬਤ ਇਹਨਾਂ ਦੇ ਨਾਲ ਵੀ ਕੀਤਾ ਗਿਆ। ਆਪਾਂ ਇਹਦੀ ਥੋੜੀ ਐਗਜ਼ਾਮਪਲ ਲੈ ਲੈਂਦੇ ਆ। ਆਮ ਕਰਕੇ ਜਦੋਂ ਪਿਆਰ ਦੀ ਭਾਵਨਾ ਹੁੰਦੀ ਹੈ ਨਾ, ਉਹ ਸਾਨੂੰ ਇਦਾਂ ਮਹਿਸੂਸ ਹੁੰਦੀ ਹੈ ਜਿੱਦਾਂ ਦਿਲ ਦੇ ਵਿੱਚੋਂ ਉੱਠਦੀ ਆ। ਹੁੰਦੀ ਬਣਦੀ ਆ, ਪਰ ਤੁਹਾਡੇ ਅੰਦਰ ਦਿਲ ਦੇ ਵਿੱਚ ਉਹਦੀ ਕਿਰਿਆ ਹੋਣੀ ਸ਼ੁਰੂ ਹੋ ਜਾਂਦੀ। ਐਂ ਲੱਗਦਾ ਸਾਨੂੰ ਉਹ ਮਹਿਸੂਸ ਹੁੰਦਾ ਇਹ ਭਾਵਨਾ ਵਿਚਾਰ ਜਿਹੜੇ ਆ ਦਿਲ ਦੇ ਵਿੱਚੋਂ, ਦਿਲ ਦੇ ਉੱਤੇ ਅਸਰ ਕਰਦੇ ਆ ਨਾ। ਜੇ ਪਿਆਰ ਨਾਲ ਗੱਲ ਕਰਦੇ ਆ ਤੇ ਦਿਲ ਦੀ ਚਾਲ ਦੀ ਫਰਕ ਪੈਂਦੀ ਆ। ਜੇ ਕਿਸੇ ਨਾਲ ਨਫ਼ਰਤ ਕਰਦੇ ਆ, ਦਿਲ ਤੇਜ਼ ਹੋਣਾ ਸ਼ੁਰੂ ਹੋ ਜਾਂਦਾ। ਮਨ ਦਾ ਪ੍ਰਭਾਵ ਦਿਲ ਦੇ ਉੱਤੇ ਬਹੁਤ ਪ੍ਰਗਟ ਹੋਣਾ ਸ਼ੁਰੂ ਹੁੰਦਾ। ਸੋ ਇਸ ਨੂੰ ਆਪਾਂ ਮਨ ਦੇ ਵਿੱਚੋਂ ਉੱਠਦੇ ਸ਼ੁਰੂ ਹੋਣ ਕਰਕੇ, ਸੋ ਪਿਆਰ ਦੀ ਭਾਵਨਾਵਾਂ ਜਿਹੜੀਆਂ, ਕਈ ਵਾਰ ਨਫ਼ਰਤ ਦੀਆਂ ਭਾਵਨਾਵਾਂ ਵੀ, ਉਹ ਦਿਲ ਦੀ ਧੜਕਣ ਨੂੰ ਫਰਕ ਪਾਉਂਦੀਆਂ। ਇਸ ਕਰਕੇ ਇਹ ਦਿਲ ਵੀ ਇਸ ਨੂੰ ਕਿਹਾ ਜਾਂਦਾ, ਕਿਉਂਕਿ ਇਹਦੀ ਮਹਿਸੂਸਤਾ ਜਿਹੜੀ ਆ ਉਹ ਅੰਦਰ ਹੋ ਰਹੀ ਹੈ। ਜਿੱਦਾਂ ਗੁਰੂ ਸਾਹਿਬ ਨੇ ਕਿਹਾ, ਪ੍ਰਭੂ ਨੇ ਇਹ ਸਰੀਰ ਜਿਹੜਾ ਪੈਦਾ ਕੀਤਾ, ਸਰੀਰ ਵਿੱਚ ਗਰਮੀ ਪਾ ਕੇ ਦਿਲ ਨੂੰ ਹਰਕਤ ਵਿੱਚ ਰੱਖਿਆ ਜਦੋਂ ਮਾਂ ਦੀ ਪੇਟ ਵਿੱਚ ਸੀ। ਜਿਨ ਮਨ ਰਾਖਿਆ ਅਗਨੀ ਪਾਏ, ਅਗਨੀ ਅੰਦਰ ਦੀ ਸੀ, ਤੇ ਇੱਥੇ ਦਿਲ ਕਿਹਾ ਗਿਆ ਮਨ ਨੂੰ। ਫਿਰ ਮਨ ਨੂੰ ਅੰਤਿਕਰਨ ਦੇ ਤੌਰ ਤੇ ਵੀ ਵਰਤਿਆ ਗਿਆ, ਸਾਰੇ ਅੰਤਿਕਰਨ ਦੇ ਤੌਰ ਤੇ ਵੀ ਕਿਹਾ ਗਿਆ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਏ, ਨਾਮ ਵਸੇ ਮਨ ਆਏ। ਮਨ ਤਨ ਸੀਤਲ ਦੀ ਜਿੱਥੇ ਗੱਲ ਕੀਤੀ ਗਈ ਤੇ ਇੱਥੇ ਅੰਤਿਕਰਨ ਦੀ ਗੱਲ, ਮਨ ਦੀਆਂ ਸਾਰੀਆਂ ਕੜੀਆਂ ਜਿਹੜੀਆਂ ਉੱਥੇ ਗੁਰੂ ਸਾਹਿਬ ਨੇ ਦੱਸ ਦਿੱਤੀਆਂ। ਮਨ ਨੂੰ ਜੀੜੇ ਦੇ ਤੌਰ ਤੇ ਵੀ ਕਿਹਾ, ਬਹੁਤ ਵਾਰੀ ਕਿਹਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲ। ਜਦੋਂ ਮਾਇਆ ਦਾ ਅਸਰ ਹੁੰਦਾ, ਮਾਇਆ ਮਿਲ ਗਈ ਤੇ ਚੜ੍ਹ ਗਿਆ, ਤਾਂ ਮਾਇਆ ਡਿੱਗੀ ਤੇ ਥੱਲੇ ਪਿਆਲ ਪਤਾਲਾਂ ਵਿੱਚ ਚਲ ਗਿਆ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ।
ਇੱਥੇ ਸਤਿਗੁਰਾਂ ਨੇ ਇਹਨੂੰ ਜੀੜਾ ਕਹਿ ਦਿੱਤਾ ਜੀ। ਤੇ ਕਈ ਵਾਰ ਮਨ ਤੇ ਹਿਰਦੇ ਨੂੰ ਇਕੱਠਾ ਕਰਕੇ ਵੀ ਵਰਤਿਆ, ਅੱਛਾ ਜੀ। ਮਤਲਬ ਸੁਮੇਲ ਕਰਕੇ ਵੀ ਸ਼ਬਦ ਵਰਤੇ ਗਏ ਆ। ਬਹੁ ਭੇਖ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਏ। ਮਨ ਤੇ ਹਿਰਦੇ ਦੋਵੇਂ ਚੀਜ਼ਾਂ ਇਕੱਠੀਆਂ ਕਰਦੀ ਆ ਸਤਿਗੁਰ, ਮਤਲਬ ਇੱਕ ਹੀ ਆ। ਮਤਲਬ ਇਹ ਵਿਸ਼ਾਲ ਦੇ ਤੌਰ ਦੇ ਉੱਤੇ ਸਤਿਗੁਰਾਂ ਨੇ ਇਹ ਦੱਸਿਆ ਕਿ ਮਨ ਤੇ ਹਿਰਦਾ ਇਕੱਠਾ ਕਰਕੇ ਭਾਵਨਾਵਾਂ ਦੱਸੀਆਂ ਗਈਆਂ। ਮਨ ਨੂੰ ਜੀਵ ਆਤਮਾ ਵੀ ਕਿਹਾ ਗਿਆ। ਅੱਛਾ ਜੀ। ਮਨ ਐਡਾ ਵਿਸ਼ਾਲ ਹੈ ਕਿ ਇਹਨੂੰ ਜੀਵ ਆਤਮਾ ਦੇ ਤੌਰ ਤੇ ਵਰਤਿਆ ਗਿਆ। ਮਨ ਤੂੰ ਜੋਤ ਸਰੂਪ ਹੈ, ਇਹ ਜੀਵ ਆਤਮਾ, ਇਹ ਜੀਵ ਆਤਮਾ ਦੇ ਤੌਰ ਦੇ ਉੱਤੇ ਇੱਥੇ ਮਨ ਦੀ ਗੱਲ ਕੀਤੀ ਆ। ਇਹਨੂੰ ਖਿਆਲਾਂ ਦਾ ਸਮੂਹ ਵੀ ਕਰਕੇ ਕਿਹਾ ਗਿਆ, ਜਿੱਦਾਂ 20 ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਹੁਣ 20 ਵਿਸਵੇ ਮਤਲਬ ਪੂਰਨ ਤੌਰ ਦੇ ਤੇ ਗੁਰ ਕਾ ਮਨ ਮਾਨੇ ਹੈ ਗੁਰੂ ਦਾ ਮਨ ਦਾ ਖਿਆਲ। ਗੁਰੂ ਦਾ ਮਨ ਕੀ ਆ? ਸਤਿਗੁਰੂ ਦੇ ਖਿਆਲ ਕੀ ਨੇ, ਤੇ ਉਹ ਗੁਰੂ ਦਾ ਮਨ ਇੱਥੇ ਵੀ ਇਹਨੂੰ ਕਿਹਾ ਗਿਆ। ਇਹ ਖਿਆਲ ਆ, ਖਿਆਲ ਗੁਰੂ ਦਾ ਖਿਆਲ ਜਿਹੜਾ ਉਸ ਨੂੰ ਵੀ ਲਿਆ ਗਿਆ। ਹੁਣ ਤੁਸੀਂ ਅਗਲਾ ਕੁਐਸਚਨ ਇਹ ਕੀਤਾ ਸੀ, ਮਨ ਦਾ, ਮਨੁੱਖ ਦਾ ਜਿਹੜਾ ਮਨ ਆ ਹਾਂਜੀ, ਉਸ ਦੀ ਸੁਰਤ ਮਤ ਬੁੱਧ ਨੂੰ ਕਿਵੇਂ ਪ੍ਰਭਾਵ ਕਰਦਾ। ਕੁਝ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਕੀਤੀ ਹੈ ਗੱਲ। ਅੱਛਾ, ਦੂਜਾ ਇਹ ਹੈ ਕਿ ਸੁਰਤ ਜਿਹੜੀ ਆ ਉਹ ਚਿੱਤ ਆ, ਚੇਤਨਾ ਆ ਗੁਰਬਾਣੀ ਦੇ ਹਿਸਾਬ ਦੇ ਨਾਲ। ਮਤ ਜਿਹੜਾ ਉਹ ਅਹੰਕਾਰ ਆ ਜੀ। ਬੁੱਧ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਜੀ। ਹੁਣ ਦੇਖੋ, ਮਨ ਦੇ ਵਿੱਚ ਖਿਆਲ ਉਤਪੰਨ ਹੁੰਦੇ ਆ, ਮਨ ਦੇ ਵਿੱਚੋਂ ਕੋਈ ਵਿਚਾਰ ਆਇਆ ਤੇ ਆਪਾਂ ਉੱਠ ਕੇ ਕਹਿੰਦੇ ਉੱਠ ਮਨਾ ਚੱਲ ਚੱਲੀਏ, ਇਦਾਂ ਦੇ ਵਿਚਾਰ ਆਉਂਦੇ ਆ। ਸੋ ਮਨ ਸਾਡੀ ਚੇਤਨਤਾ ਦਾ ਕੇਂਦਰ ਆਪਾਂ ਕਹਿੰਦੇ ਆ ਇਹਨੂੰ। ਅੱਛੇ ਬੁਰੇ ਸੰਕਲਪ ਮਨ ਦੇ ਵਿੱਚ ਵਿਚਾਰ ਆਉਂਦੇ ਨੇ। ਹੁਣ ਜਦੋਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ, ਕੋਈ ਅੱਛਾ ਆਉਂਦਾ, ਕੋਈ ਬੁਰਾ ਆਉਂਦਾ, ਇਹ ਬੁੱਧ ਨੂੰ ਦੇ ਦਿੰਦਾ। ਠੀਕ ਹੈ, ਮਨ ਦਾ ਕੰਮ ਹੈ ਇਹਨੇ ਬੁੱਧ ਨੂੰ ਦੇਣਾ, ਤੂੰ ਹੁਣ ਐਨਾਲਿਸਿਸ ਕਰ। ਠੀਕ ਹੈ, ਵੀ ਇਹ ਚੰਗਾ ਵਿਚਾਰ ਆ ਕਿ ਮਾੜਾ ਵਿਚਾਰ ਆ। ਹੁਣ ਬੁੱਧ ਉਹਦਾ ਨਿਰਣਾ ਕਰਦੀ ਆ। ਹੁਣ ਜੇ ਤੁਹਾਡਾ ਮਨ ਅਸ਼ੁੱਧ ਹੋਵੇ, ਮਨ ਪੁੱਠੇ ਕਰਮਾਂ ਵੱਲ, ਉਹਦੀਆਂ ਆਦਤਾਂ ਭੈੜੀਆਂ ਪਈਆਂ ਨੇ, ਤੇ ਬੁੱਧੀ ਨੇ ਉਹਦਾ ਨਿਰਣਾ ਕਰਨਾ ਸ਼ੁੱਧ ਕਰਕੇ ਵੀ ਕਰੂਗੀ, ਪਰ ਮਨ ਨੇ ਨਹੀਂ ਮੰਨਣਾ। ਮਨ ਨੇ ਕਹਿਣਾ ਨਹੀਂ ਨਹੀਂ ਨਹੀਂ, ਇਹ ਤੂੰ ਗਲਤ ਕਹਿ ਰਹੀ, ਮੈਨੂੰ ਇਹ ਨਹੀਂ ਗੱਲ ਹੈਗੀ ਆ। ਉਹਨੇ ਜਿਹੜਾ ਨਿਰਣਾ ਦਿੱਤਾ ਉਹਦੇ ਵਿਪਰੀਤ ਕੰਮ ਕਰਨਾ, ਉਹਨੇ ਪੁੱਠਾ ਕੰਮ ਕਰਨਾ, ਤੇ ਉਹਦੇ ਹਿਸਾਬ ਦੇ ਨਾਲ ਫਿਰ ਇੰਦਰੀਆਂ ਨੂੰ ਵੀ ਉਹਨੇ ਪੁੱਠੇ ਕੰਮ ਲਾ ਦੇਣਾ। ਐਨਾਲਿਸਿਸ ਬੁੱਧੀ ਨੇ ਠੀਕ ਕਰ ਦਿੱਤਾ, ਪਰ ਮਨ ਨੇ ਨਹੀਂ ਮੰਨਣਾ। ਮਨ ਮੰਨਿਆ ਨਹੀਂ, ਮਨ ਨੇ ਉਹਦੇ ਉਲਟ ਕੰਮ ਕਰਨਾ। ਹਾਂਜੀ ਹਾਂਜੀ, ਇੰਦਰੀਆਂ ਨੂੰ ਉਹ ਸੰਦੇਸ਼ਾ ਦੇ ਕੇ ਉਹਨੇ ਪੁੱਠਾ ਕੰਮ ਕਰਦਾ। ਇਹ ਤਾਂ ਹੋਣਾ ਜਦੋਂ ਮਨ ਅਸ਼ੁੱਧ ਆ। ਜੀ ਹਾਂ। ਅੱਛਾ, ਹੁਣ ਬੁੱਧੀ ਜਿਹੜੀ ਆ ਮਨ ਨੂੰ ਸੂਖਮ ਤੌਰ ਤੇ ਕਹਿੰਦੀ ਆ ਕਿ ਇਹ ਕੰਮ ਮਾੜਾ ਆ। ਜੀ। ਵਿਚਾਰ ਉਹਨੂੰ ਦੱਸਦੀ। ਬਹੁਤੀ ਵਾਰ ਮਨ 'ਚ ਸਾਡੇ ਖਿਆਲ ਆਉਂਦਾ ਵੀ ਇਹ ਨਾ ਕੰਮ ਕਰ ਵਿਚਾਰ ਆ, ਪਰ ਮਨ ਪੁੱਠੇ ਕੰਮ ਕਰਦਾ ਕਿਉਂਕਿ ਮਨ ਅਸ਼ੁੱਧ ਆ। ਹੁਣ ਦੂਜੇ ਬੰਨੇ ਜੇ ਹੈਗਾ ਮਨ ਵੀ ਸ਼ੁੱਧ ਆ, ਬੁੱਧੀ ਨੇ ਨਿਰਣਾ ਵੀ ਸ਼ੁੱਧ ਦੇ ਦਿੱਤਾ। ਹਾਂਜੀ। ਫਿਰ ਤੁਹਾਡਾ ਉਹਦਾ ਰਿਜ਼ਲਟ ਜਿਹੜਾ ਉਹ ਅੱਛਾ ਕੰਮ ਨਿਕਲੂਗਾ, ਤੇ ਕਰਮ ਇੰਦਰੀਆਂ ਨੂੰ ਮੈਸੇਜ ਦਊਗਾ ਕਿ ਆ ਚੰਗੇ ਕੰਮ ਕਰੋ, ਤੁਹਾਡੇ ਕੋਲ ਚੰਗਾ ਕੰਮ ਕਰਾਊਗਾ। ਇਹ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਆ। ਇਸ ਕਰਕੇ ਵਿਚਾਰ ਕੀ ਆਉਂਦੇ ਆ, ਉੱਦਾਂ ਦੇ ਗਿਆਨ ਇੰਦਰੀਆਂ ਤੇ ਸ਼ੁੱਧ ਮਨ ਦੇ ਨਾਲ ਆ ਰਹੇ ਨੇ ਜਾਂ ਅਸ਼ੁੱਧ ਮਨ ਦੇ ਨਾਲ ਆ ਰਹੇ ਨੇ। ਜੇ ਬੁੱਧੀ ਵੀ ਸ਼ੁੱਧ ਆ, ਬੁੱਧੀ ਸ਼ੁੱਧ ਆ ਜਾਂ ਅਸ਼ੁੱਧ ਆ, ਉੱਦਾਂ ਦੇ ਨਿਰਣੇ ਜਿਹੜੇ ਆ ਇਹ ਦੋਨਾਂ ਦੇ ਕੰਬੀਨੇਸ਼ਨ ਦੇ ਨਾਲ ਇੱਕ ਦੂਜੇ ਨੂੰ ਇਹ ਪ੍ਰਭਾਵ ਕਰਦੇ ਨੇ। ਤੇ ਉਸੇ ਤਰ੍ਹਾਂ ਦੇ ਗਿਆਨ ਇੰਦਰੀਆਂ ਦੇ ਨਾਲ, ਮਨ ਇੰਦਰੀਆਂ ਦੇ ਕਾਰਜ ਹੁੰਦੇ ਆ, ਜਿਹੜੇ ਕਰਮ ਇੰਦਰੀਆਂ ਦੇ ਨਾਲ ਉੱਦਾਂ ਦੇ ਖਿਆਲ ਹੁੰਦੇ ਆ। ਜੀ। ਹੁਣ ਜਿਹੜਾ ਬੁੱਧ ਨੂੰ ਗੁਰਬਾਣੀ ਦੇ ਵਿੱਚ ਕਈ ਵਾਰ ਵਰਤਿਆ ਗਿਆ, ਸੁੱਧ ਦੇ ਤੌਰ ਤੇ ਵੀ ਵਰਤਿਆ ਗਿਆ, ਸ਼ਬਦ ਜਾਣਨੇ ਦੇ ਤੌਰ ਤੇ, ਸਮਝਣ ਦੇ ਉੱਤੇ, ਗਿਆਨ ਦੇ ਤੌਰ ਦੇ ਉੱਤੇ ਵੀ ਲਿਆ ਗਿਆ ਆ। ਉਹਦੇ ਉੱਤੇ ਆਪਾਂ ਹੁਣ ਜ਼ਿਆਦਾ ਲੰਬੀ ਨਹੀਂ ਗੱਲ ਕਰਦੇ। ਆਪਾਂ ਜੇ ਗੱਲ ਲੰਬੀ ਹੋਈ ਤੇ ਆਪਾਂ ਅਗਲੇ ਐਪੀਸੋਡ 'ਚ ਕਰ ਲਾਂਗੇ, ਨਹੀਂ ਤਾਂ ਆਪਾਂ ਨਹੀਂ, ਮੇਰੇ ਖਿਆਲ ਆਪਾਂ ਇਹਨੂੰ ਸਮੇਟਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਚਿੱਤ ਆ, ਚਿੱਤ ਨੂੰ ਯਾਦ ਸ਼ਕਤੀ, ਵਿਚਾਰਨ ਸ਼ਕਤੀ, ਚਿੰਤਨ ਸ਼ਕਤੀ ਦੇ ਤੌਰ ਤੇ ਗੁਰਬਾਣੀ ਵਿੱਚ ਵਰਤਿਆ ਗਿਆ, ਬੜੇ ਖੁੱਲੇ ਸ਼ਬਦਾਂ ਵਿੱਚ ਵਰਤਿਆ ਗਿਆ। ਤੇ ਮਨ ਤੇ ਚਿੱਤ ਨੂੰ ਇਕੱਠੇ ਤੌਰ ਤੇ ਵੀ ਵਰਤਿਆ ਗਿਆ। ਕਈ ਥਾਣੀ ਗੁਰਬਾਣੀ ਦੇ ਵਿੱਚ ਆਇਆ, ਜਿੱਦਾਂ ਸੋ ਜਨ ਹਮਰੇ ਮਨ ਚਿੱਤ ਭਾਵੇ। ਜੀ ਹਾਂ, ਹਨਾ, ਮਤਲਬ ਸੇਮ ਹੀ ਆ। ਗੁਰੂ ਸਾਹਿਬ ਨੇ ਹੰਕਾਰ ਨੂੰ, ਅਭਿਮਾਨ ਨੂੰ ਵੀ ਕਈ ਤਰੀਕਿਆਂ ਦੇ ਨਾਲ ਵਰਤਿਆ ਗਿਆ। ਜੇ ਆਪਾਂ ਸੁਰਤ ਤੇ ਮਤ ਇਹਨੂੰ ਵੀ ਇਕੱਠਿਆਂ ਤੌਰ ਦੇ ਉੱਤੇ ਗੁਰਬਾਣੀ ਵਿੱਚ ਹੰਕਾਰ ਨੂੰ ਸੁਰਤ ਦੇ ਨਾਲ ਲੈ ਕੇ ਵੀ ਮੇਲ ਕੀਤਾ ਗਿਆ। ਤੇ ਇਹ ਘੜੀਆਂ ਜਾ ਸਕਦੀਆਂ ਗੁਰਬਾਣੀ ਵਿੱਚ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸੁਦਾਂ ਕੀ ਸੁੱਧ। ਇਹ ਸਰਮਖੰਡ ਵਿੱਚ ਜਾ ਕੇ ਮਿਹਨਤ ਕਰਕੇ ਇਹ ਘੜੀਆਂ ਜਾ ਸਕਦੀਆਂ। ਇਹਨਾਂ ਦੇ ਘੜਨ ਦੇ ਬਾਰੇ ਆਪਾਂ ਮੇਰੇ ਖਿਆਲ ਵੀ ਇੱਕ ਵਾਰੀ ਥੋੜਾ ਜਿਹਾ ਗੈਪ ਲੈ ਕੇ ਫੇਰ ਕਰਾਂਗੇ, ਉਹ ਗੱਲ ਜ਼ਿਆਦਾ ਵਧੀਆ। ਹਾਂ, ਮੇਰੇ ਖਿਆਲ ਉਹ ਫਿਰ ਮੇਰਾ ਖਿਆਲ ਟਾਈਮ ਸਾਡਾ ਹੋ ਗਿਆ। ਮੈਂ ਇਸ ਨੂੰ ਸਮੇਟਣਾ ਚਾਹੁੰਦਾ ਕਿ ਸਰਮਖੰਡ ਦੇ ਵਿੱਚ ਇਸ ਦੀ ਘਾੜਤ ਕੀਤੀ ਜਾ ਸਕਦੀ ਆ। ਮੰਨੇ ਸੁਰਤ ਹੋਏ ਮਨ ਬੁੱਧ, ਉੱਥੇ ਵੀ ਸਤਿਗੁਰਾਂ ਨੇ ਗੱਲ ਕੀਤੀ ਆ। ਤੇ ਸੁਰਤ ਦੇ ਵੇਰਵੇ ਸਤਿਗੁਰਾਂ ਨੇ
ਬਹੁਤ ਤਰੀਕਿਆਂ ਦੇ ਨਾਲ ਦਿੱਤੇ ਨੇ। ਪਰ ਮੋਟੀ ਗੱਲ ਇਹ ਆ ਡਾਕਟਰ ਸਾਹਿਬ ਤੁਹਾਡਾ ਮੇਰੇ ਖਿਆਲ ਧੰਨਵਾਦ ਕਰੀਏ। ਮੇਰੇ ਖਿਆਲ ਆਪਾਂ ਇੱਥੇ ਸਮੇਟਣਾ ਚਾਹੁੰਦੇ ਆ ਕਿ ਮਨ ਤੇ ਅੰਤਕਰਨ ਦੇ ਆਪਾਂ ਉਹਨਾਂ ਦੇ ਡਿਫਰੈਂਟ ਭੇਦ ਕਰ ਲਏ ਡਿਸਕਸ, ਉਹਨਾਂ ਦੇ ਆਪਸ ਵਿੱਚ ਸੰਬੰਧ ਤੇ ਉਹਨਾਂ ਨੂੰ ਕਿੱਦਾਂ ਆਪਾਂ ਯੂਜ਼ ਕੀਤੇ ਆ। ਇਸ ਕਰਕੇ ਇਹ ਜ਼ਿਆਦਾ ਫਿਲਾਸਫੀ ਦੀਆਂ ਗੱਲਾਂ, ਇਹਦੇ ਬਾਰੇ ਸ਼ਾਇਦ ਬਹੁਤਾ ਸਰੋਤਿਆਂ ਨੂੰ ਇਹਦਾ ਜ਼ਿਆਦਾ ਨਾ ਹੋਵੇ, ਪਰ ਫਿਰ ਵੀ ਕੋਈ ਗੱਲ ਨਹੀਂ, ਫਲਸਫੇ ਦੀਆਂ ਗੱਲਾਂ ਵੀ ਕਰਾਂਗੇ। ਡਾਕਟਰ ਸਾਹਿਬ ਦਾ ਧੰਨਵਾਦ। ਬਹੁਤ ਔਖਾ ਵਿਸ਼ਾ ਸੀ, ਸਭ ਤੋਂ ਔਖਾ ਵਿਸ਼ਾ ਹੈ। ਦੁਨੀਆ ਦੇ ਸਾਰੇ ਧਰਮ, ਦੁਨੀਆ ਦੇ ਸਾਰੇ ਫਲਸਫੇ ਮਨ ਦੇ ਦੁਆਲੇ ਘੁੰਮਦੇ ਆ। ਜਦ ਤੱਕ ਮਨ ਨੂੰ ਨਹੀਂ ਸਮਝ ਲੈਂਦੀ ਉਦ ਤੱਕ ਧਰਮ ਨੂੰ ਨਹੀਂ ਸਮਝਿਆ ਜਾ ਸਕਦਾ। ਔਰ ਜੇ ਧਰਮ ਨੂੰ ਸਮਝਣਾ ਤੇ ਮਨ ਨੂੰ ਸਮਝਣਾ ਪਏਗਾ, ਜੇ ਸਾਧਨਾ ਕਰਨੀ ਹੈ ਮਨ ਨੂੰ ਸਮਝਣਾ ਪਵੇਗਾ। ਪਰ ਆਪਾਂ ਮੋਟੀਆਂ-ਮੋਟੀਆਂ ਗੱਲਾਂ ਕੀਤੀਆਂ ਨੇ। ਡਾਕਟਰ ਸਾਹਿਬ ਨੂੰ ਬੇਨਤੀ ਕਰਕੇ ਇਹਨਾਂ ਕੋਲ ਇੰਨਾ ਸਮਾਂ ਲਿਆ ਸੀ, ਕਿਤੇ ਇੱਕ ਵਾਰੀ ਦੂਜਾ ਦੌਰ ਫੇਰ ਲਾਵਾਂਗੇ। ਇਸ ਦੌਰ ਦੇ ਵਿੱਚ ਆਪਾਂ 13 ਐਪੀਸੋਡ ਕੀਤੇ ਨੇ, ਦੂਜਾ ਦੌਰ ਫੇਰ ਲਾਵਾਂਗੇ। ਸੁਰਤ ਨੂੰ ਕਿੱਦਾਂ ਘੜਿਆ ਜਾ ਸਕਦਾ ਹੈ, ਮਨ ਨੂੰ ਕਿੱਦਾਂ ਘੜਿਆ ਜਾ ਸਕਦਾ ਹੈ, ਮਤ ਨੂੰ ਕਿਵੇਂ ਘੜਿਆ ਜਾ ਸਕਦਾ ਹੈ, ਇਹ ਸਾਰੀਆਂ ਗੱਲਾਂ ਕਿਤੇ ਹੋਰ ਡਿਟੇਲ ਦੇ ਨਾਲ ਵੀ ਕੀਤੀਆਂ ਜਾਣਗੀਆਂ। ਡਾਕਟਰ ਸਾਹਿਬ ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਕੱਢਿਆ। ਔਰ ਸੰਗਤਾਂ ਦਾ ਵੀ ਧੰਨਵਾਦ। ਜੁੜੇ ਰਹੋ, ਇਸ ਲੜੀ ਨੂੰ ਆਪਾਂ ਜੇ ਅਗਾਂਹ ਤੋਰਨਾ ਹੈ ਔਰ ਸਿੱਖ ਫਲਸਫੇ ਦੇ ਸਾਰੇ ਹੀ ਪੱਖਾਂ ਦੇ ਉੱਪਰ ਆਪਾਂ ਲੜੀਵਾਰ ਗੱਲ ਕਰਾਂਗੇ। ਆਓ ਇੱਕ ਵਾਰ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।